हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਕੈਮਿਸਟਰੀ, ਇਲੈਕਟ੍ਰੋਕੈਮਿਸਟਰੀ ਖਤਮ ਹੋ ਚੁੱਕਾ। ਨੈਕਸਟ ਹੁਣ ਹੈਗਾ ਕੈਮੀਕਲ ਕਾਈਨੈਟਿਕਸ। ਸੋ ਇਹ ਵੀ ਸਾਡੇ ਸਿਲੇਬਸ ਦਾ ਪਾਰਟ ਹੈਗਾ। ਫਸਟ ਆਫ ਆਲ व्हाट इज ਕੈਮੀਕਲ ਕਾਈਨੈਟਿਕਸ। ਕੈਮੀਕਲ ਕਾਈਨੈਟਿਕਸ ਕੀ ਹੁੰਦੀ ਆ? ਜਿਹਦੇ ਵਿੱਚ ਆਪਾਂ ਰੇਟ ਆਫ ਰਿਐਕਸ਼ਨ ਜਾਂ ਫਿਰ ਕਿਹੜੇ ਫੈਕਟਰ ਨੂੰ ਅਫੈਕਟ ਕਰਦੇ ਆ ਉਹਨੂੰ ਡੀਲ ਕਰਦੇ ਆ। ਦੈਟ ਇਜ਼ ਕਾਲਡ ਕੈਮੀਕਲ ਕਾਈਨੈਟਿਕਸ। ਇਟ ਇਜ਼ ਐਕਚੁਅਲੀ ਅ ਸਾਇੰਸ ਵਿਚ ਡੀਲ ਵਿਦ, ਸੋ ਬ੍ਰਾਂਚ ਆਫ ਅਸੀਂ ਕੈਮਿਸਟਰੀ ਕਹਿ ਸਕਦੇ। ਬ੍ਰਾਂਚ ਇਹ ਵੀ ਇੱਕ ਅੱਗੇ ਹੈਗੀ ਆ ਜਿਹੜੀ ਡੀਲ ਕਰਦੇ ਆ ਵਿਦ ਦੀ ਰੇਟ ਆਫ ਰਿਐਕਸ਼ਨ ਐਂਡ ਦਾ ਫੈਕਟਰ ਅਫੈਕਟਿੰਗ ਰੇਟ ਆਫ ਰਿਐਕਸ਼ਨ। ਕਿ ਵਟ ਇਜ਼ ਦਾ ਰੇਟ ਆਫ ਰਿਐਕਸ਼ਨ, ਮਤਲਬ ਰਿਐਕਸ਼ਨ ਕਿਸ ਦਰ ਨਾਲ, ਕਿਸ ਸਪੀਡ ਨਾਲ ਹੋ ਰਹੀ ਰਿਐਕਸ਼ਨ, ਉਹਦੇ ਬਾਰੇ ਆਪਾਂ ਸਟੱਡੀ ਕਰਾਂਗੇ ਤੇ ਉਹਨੂੰ ਕਿਹੜੇ ਕਿਹੜੇ ਫੈਕਟਰ ਇਨਫਲੂਐਂਸ ਕਰਦੇ ਆ। ਅਸੀਂ ਇਸ ਚੈਪਟਰ ਵਿੱਚ ਉਹੀ ਚੀਜ਼ਾਂ ਦੇਖਾਂਗੇ। ਕਲੀਅਰ? ਸੋ ਫਸਟ ਆਫ ਆਲ ਕਲੀਅਰ ਹੈਗਾ ਵਟ ਇਜ਼ ਦਾ ਮੀਨਿੰਗ ਆਫ ਕੈਮੀਕਲ ਕਾਈਨੈਟਿਕਸ। ਨਾਓ ਨੈਕਸਟ, ਵਟ ਇਜ਼ ਦਾ ਰੇਟ ਆਫ ਰਿਐਕਸ਼ਨ। ਲਾਈਕ ਤੁਹਾਨੂੰ ਪਤਾ ਕੋਈ ਰਿਐਕਸ਼ਨ ਹੋਈ, ਫਸਟ ਆਫ ਆਲ ਨਾ ਛੋਟੀਆਂ ਛੋਟੀਆਂ ਬੇਸਿਕ ਜਿਹੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ। ਲਾਈਕ ਕੋਈ ਰਿਐਕਸ਼ਨ ਹੁੰਦਾ ਕੀ ਹੈ ਰਿਐਕਸ਼ਨ ਦੇ ਵਿੱਚ? ਰਿਐਕਟੈਂਟ ਕਨਵਰਟਡ ਇਨਟੂ ਪ੍ਰੋਡਕਟ। ਪਹਿਲਾਂ ਆਪਾਂ ਬੇਸਿਕ ਚੀਜ਼ਾਂ ਸਮਝਾਂਗੇ, ਠੀਕ ਹੈ? ਬਹੁਤ ਈਜ਼ੀ, ਇਹ ਬਹੁਤ ਜ਼ਿਆਦਾ ਈਜ਼ੀ ਚੈਪਟਰ ਹੈਗਾ। ਨਾਲੇ ਰਿਐਕਟੈਂਟ ਕਿਹ ਚ ਕਨਵਰਟ ਹੋਇਆ? ਪ੍ਰੋਡਕਟ ਦੇ ਵਿੱਚ। ਇਹੀ ਕੰਮ ਹੁੰਦਾ, ਯਾਨੀ ਕਿ ਜਿਹੜੇ 올ਡ ਬੌਂਡ ਹੈਗੇ ਆ ਪਹਿਲੇ ਉਹ ਬ੍ਰੇਕ ਕਰਦੇ ਹੈਗੇ ਨੇ ਤੇ ਨਿਊ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ। ਇਹੀ ਕੰਮ ਹੁੰਦਾ। ਸੋ ਇੰਨੀ ਗੱਲ ਕਲੀਅਰ ਆ, ਥੋੜਾ ਬੇਸਿਕ ਇਹਦਾ। ਯਾਨੀ ਰਿਐਕਟੈਂਟ ਜਿਹੜਾ ਆ ਉਹ ਖਤਮ ਹੋ ਰਿਹਾ, ਪ੍ਰੋਡਕਟ ਬਣ ਰਿਹਾ। ਯਾਨੀ ਕਿ ਕਹਿ ਸਕਦੇ ਆ ਰਿਐਕਟੈਂਟ ਜਿਹੜਾ ਉਹ ਡਿਸਅਪੀਅਰ ਹੋ ਰਿਹਾ, ਠੀਕ ਹੈ? ਇਹ ਬਣ ਰਿਹਾ, ਠੀਕ ਹੈ? ਇਹ ਫਾਰਮ ਹੋ ਰਿਹਾ, ਇਹ ਡਿਸਅਪੀਅਰ ਹੋ ਰਿਹਾ। ਯਾਨੀ ਕਿ ਕਹਿ ਸਕਦੀ ਮੈਂ ਇਹਦੀ ਕਨਸੈਂਟ੍ਰੇਸ਼ਨ ਡਿਕਰੀਜ਼ ਕਰ ਰਹੀ ਆ ਤੇ ਇਹਦੀ ਇਨਕਰੀਜ਼ ਕਰ ਰਹੀ। ਕਲੀਅਰ? ਇਹ ਗੱਲਾਂ ਕਲੀਅਰ ਹੁੰਦੀਆਂ ਪਈਆਂ ਕਿਉਂਕਿ ਰਿਐਕਟੈਂਟ ਤੇ ਪ੍ਰੋਡਕਟ ਦੇ ਟਰਮ ਦੇ ਵਿੱਚ ਆਪਾਂ ਇਹਨੂੰ ਸਮਝਾਂਗੇ। ਕਲੀਅਰ? ਸੋ ਯਾਨੀ ਟਾਈਮ ਦੇ ਨਾਲ ਹੌਲੀ ਹੌਲੀ ਕੀ ਹੋ ਰਿਹਾ? ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਘਟ ਰਹੀ ਆ, ਪ੍ਰੋਡਕਟ ਦੀ ਵੱਧ ਰਹੀ ਆ। ਇਦਾਂ ਕਹਿ ਸਕਦੇ ਆਪਾਂ। ਲੈਟਸ ਸੇ ਟਾਈਮ ਦੇਖ ਲੈਣੇ, ਟਾਈਮ 0 ਆ ਤੇ ਅਸੀਂ ਮੰਨ ਲੈਣੇ ਉਸ ਟਾਈਮ ਰਿਐਕਟੈਂਟ ਦੀ ਕਨਸੈਂਟ੍ਰੇਸ਼ਨ R1 ਹੈਗੀ, ਪ੍ਰੋਡਕਟ ਦੀ P1। ਟਾਈਮ ਹੋ ਗਿਆ ਕੁਝ ਟਾਈਮ T1 ਮੰਨ ਲਓ ਤੁਸੀਂ, ਫਿਰ ਟਾਈਮ T2 ਮੰਨ ਲਓ। ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਹੋ ਗਈ R2, ਪ੍ਰੋਡਕਟ ਦੀ ਹੋ ਗਈ P2। ਇਦਾਂ ਕਹਿ ਸਕਦੇ ਆਪਾਂ। ਜੇ ਚੇਂਜ ਇਨ ਟਾਈਮ ਦੇਖਣਾ ਹੋਵੇ ਦੈਟ ਇਜ਼ T2 ਮਾਈਨਸ T1। ਜੇ ਮੈਂ डेल्टा R देखना हो चेंज इन रिएक्टेंट कॉन्सेंट्रेशन होती होगी R2 माइनस R1। क्लियर? यदि चेंज इन प्रोडक्ट की कॉन्सेंट्रेशन देखनी हो दैट इज डेल्टा P2 माइनस P1। यदि चेंज कर दे अपना डेल्टा मींस होता चेंज इन कॉन्सेंट्रेशन ऑफ प्रोडक्ट इज इक्वल्स टू P2 माइनस P1। यही चेंज देखांगे। लेट्स से पहला P1 सी, फिर P2 हो गई, 1 तो 2 हो गई, तो 2 माइनस 1 वो चेंज आ जाएगा। सो ਤੁਹਾਨੂੰ ਇੰਨਾ ਪਤਾ ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਘਟਣੀ ਆ, ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਘਟਣੀ ਆ। ਯਾਨੀ ਜੇ ਪਹਿਲਾਂ 1 ਸੀ ਫਿਰ ਕਿੰਨੀ ਹੋ ਜਾਣੀ? 2 ਮਾਈਨਸ 1। ਸੌਰੀ, ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਘਟਣੀ ਆ। ਪਹਿਲਾਂ ਜੇ ਸੀਗੀ 2 ਫਿਰ ਘਟ ਕੇ ਕਿੰਨੀ ਹੋ ਜਾਏਗੀ? 1। ਸੋ 1 ਮਾਈਨਸ 2 ਆਨਸਰ ਇਹਦੇ ਵਿੱਚ ਕੀ ਆਏਗਾ? ਨੈਗੇਟਿਵ। ਸੋ ਇਹਦੇ ਵਿੱਚ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ ਵਧਣੀ ਹੈ। ਯਾਨੀ ਜੇ ਪਹਿਲਾਂ 1 ਸੀ ਫਿਰ ਕਿੰਨੀ ਹੋ ਗਈ? 2। ਸੋ ਇਹਦੇ ਕੇਸ ਦਾ ਆਨਸਰ ਕੀ ਆ ਗਿਆ? ਪੋਜ਼ਿਟਿਵ। ਸੋ ਇਸੇ ਕਰਕੇ ਆਪਾਂ ਜਿਹੜਾ ਰੇਟ ਲਿਖਦੇ ਆ ਉਹਨੂੰ ਕੀ ਲਿਖਦੇ ਆ ਕਿ ਟਾਈਮ ਦੇ ਨਾਲ ਕਨਸੈਂਟ੍ਰੇਸ਼ਨ ਕਿੰਨੀ ਚੇਂਜ ਹੋਈ ਰਿਐਕਟੈਂਟ ਦੀ, ਜਾਂ ਫਿਰ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ ਕਿੰਨੀ ਚੇਂਜ ਹੋਈ ਟਾਈਮ ਦੇ ਨਾਲ। ਸੋ ਰੇਟ ਆਫ ਚੇਂਜ ਇਨ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਔਰ ਪ੍ਰੋਡਕਟ ਵਿਦ ਰਿਸਪੈਕਟ ਟੂ ਟਾਈਮ। ਇਹਦੀ ਡੈਫੀਨੇਸ਼ਨ ਬਣ ਜਾਂਦੀ ਆ ਕਿ ਵੈਦਰ ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਕਿੰਨੀ ਚੇਂਜ ਹੋਈ ਜਾਂ ਪ੍ਰੋਡਕਟ ਦੀ ਕਿੰਨੀ ਚੇਂਜ ਹੋਈ ਵਿਦ ਰਿਸਪੈਕਟ ਟੂ ਟਾਈਮ। ਬਸ ਫਰਕ ਕੀ ਪਏਗਾ ਇਸ ਕੇਸ 'ਚ? ਕੀ ਆਏਗਾ? ਨੈਗੇਟਿਵ। ਕਿਉਂ? ਮੈਂ ਕਾਰਨ ਦੱਸ ਦਿੱਤਾ। ਕਿਉਂਕਿ ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਘਟ ਰਹੀ ਆ, ਸੋ ਚੇਂਜ ਕੀ ਆਏਗਾ? ਨੈਗੇਟਿਵ। ਪ੍ਰੋਡਕਟ ਦੀ ਵਧ ਰਹੀ ਹੈ, ਇਸ ਕਰਕੇ ਉਹ 'ਚ ਕੀ ਆਇਆ? ਪੋਜ਼ਿਟਿਵ। ਇਹੀ ਚੀਜ਼ ਹੁੰਦੀ ਨਾ, ਰਿਐਕਟੈਂਟ ਘਟਦਾ ਆ, ਪ੍ਰੋਡਕਟ ਜਿਹੜੀ ਚੀਜ਼ ਆ ਉਹ ਵੱਧਦੀ ਆ। ਕਲੀਅਰ? ਸੋ ਰੇਟ ਦਾ ਫਾਰਮੂਲਾ ਕੀ ਆ ਗਿਆ? ਮਾਈਨਸ ਡੈਲਟਾ R अपॉन dt ਕਹਿ ਦੋ, ਡੈਲਟਾ T ਜੋ ਵੀ ਤੁਸੀਂ ਕਹਿ ਸਕਦੇ, D ਲਿਖਣਾ D ਲਿਖ ਸਕਦੇ ਹੋ, ਜਾਂ ਫਿਰ ਡੈਲਟਾ P अपॉन ਡੈਲਟਾ। ਸੋ ਇਹ ਦੋਨੇ ਫਾਰਮੂਲੇ ਰੇਟ ਦੇ ਹੈਗੇ ਆ। ਡਿਕਰੀਜ਼ ਇਨ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਟੂ ਦੀ ਚੇਂਜ ਇਨ ਟਾਈਮ, या फिर इंक्रीज इन कॉन्सेंट्रेशन ऑफ प्रोडक्ट टू दी टाइम, चेंज इन टाइम। क्लियर? सो मैं भी फॉर्मूला लिख देनी है ਤੁਹਾਡੇ ਲਈ ਇੱਥੇ ਕਿ ਮੈਂ ਕੀ ਕਹਿ ਸਕਦੀ ਹਾਂ। डिक्रीज इन कॉन्सेंट्रेशन ऑफ रिएक्टेंट टू दी चेंज इन टाइम, या टाइम टेकन ਲੈ ਸਕਦੇ ਹੋ ਤੁਸੀਂ। ਇੱਥੇ ਇੱਕੋ ਹੀ ਗੱਲ ਹੈ ਕਿ ਕਿੰਨਾ ਟਾਈਮ ਲਿਆ ਉਹਨੇ ਉੱਥੇ ਤੱਕ ਜਾਣ ਲਈ। ਜਾਂ ਫਿਰ ਕੀ ਕਹਿ ਸਕਦੇ ਹੋ? इंक्रीज इन कॉन्सेंट्रेशन ऑफ प्रोडक्ट अपॉन टाइम टेकन। सो बेसिक जो फॉर्मूले आ पहला ਤੁਹਾਨੂੰ ਇਹ ਵਾਲੇ क्लियर होने चाहिए। ठीक है?
है। सो ਇਹਦੇ ਤੇ ਬੇਸ ਆਪਾਂ ਇੱਕ ਸਮ ਵੀ ਕਰਾਂਗੇ, ਉਹਦੇ ਨਾਲ ਤੁਹਾਨੂੰ ਹੋਰ ਕਲੈਰਿਟੀ ਹੋਏਗੀ। ਇਫ ਯੂ ਵਾਂਟ ਟੂ ਟੇਕ ਸਕਰੀਨਸ਼ਾਟ ਯੂ ਕੈਨ। ਨੈਕਸਟ ਦੇਖੋ, ਇਹਦੇ ਵਿੱਚ ਜਦੋਂ ਨੇ ਇੱਕ ਰਿਐਕਸ਼ਨ ਦਿੱਤੀ ਹੈ 3x gives, हाँ मैं उसको पहला ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ। ਲੈਟਸ ਸੇ ਮੇਰੇ ਕੋਲ ਰਿਐਕਸ਼ਨ ਆ ਕੋਈ A gives B, ਠੀਕ ਆ। ਥੋੜੀਆਂ ਜਿਹੀਆਂ ਚੀਜ਼ਾਂ ਦੇਖੋ, A ਤੋਂ B ਮੈਂ ਦਾ ਰੇਟ ਲਿਖਣਾ, ਕਿੱਦਾਂ ਲਿਖਾਂਗੀ? ਚੇਂਜ ਇਨ ਜਿਹੜੀ ਕਨਸੈਂਟ੍ਰੇਸ਼ਨ ਆਫ A ਆ ਅਪਨ ਇਹਨੂੰ DA ਲਿਖਣਾ, ਡੈਲਟਾ ਜੋ ਤੁਸੀਂ ਲਿਖਣਾ ਜਿੱਦਾਂ ਲਿਖ ਸਕਦੇ ਹੋ। ਅਪਨ ਕੀ ਆਏਗਾ? DT, ਰਿਐਕਟੈਂਟ ਦਾ ਤੇ ਮਾਈਨਸ ਆਏਗਾ, ਇਕੁਅਲ ਟੂ ਪ੍ਰੋਡਕਟ ਆ ਕੀ ਆਏਗਾ? DB ਅਪਨ DT। ਇਹ ਸਾਈਨ ਕਨਸੈਂਟ੍ਰੇਸ਼ਨ ਦਾ ਹੁੰਦਾ, ਇਹ ਕਾਹਦਾ ਸਾਈਨ ਆ? ਕਨਸੈਂਟ੍ਰੇਸ਼ਨ। ਲੈਟਸ ਸੇ ਜੇ ਮੈਂ ਇਹਦੇ ਮੂਰੇ 2 ਲਗਾ ਦਵਾਂ, ਲੈਟਸ ਸੇ 2A gives B, ਤੇ ਜਿਹੜਾ ਵੀ ਕੋਐਫੀਸ਼ੀਐਂਟ ਹੈ ਇਹ ਡਿਵਾਈਡ ਚ ਚਲ ਜਾਏਗਾ, ਕੀ ਹੋ ਜਾਏਗਾ? 1/2। ਸੋ ਕਲੀਅਰ, ਇਹ ਗੱਲ ਦਾ ਧਿਆਨ ਰੱਖਣਾ। ਫॉर एग्जांपल मैं रिएक्शन ली थी 3A gives 2B, तो रेट की हो जाएगा -DA अपॉन DT। रिएक्टेंट ਲਈ ਹਮੇਸ਼ਾ ਤੁਸੀਂ ਮਾਈਨਸ ਲਗਾਣੀ ਹੈ ਤੇ ਕੋਐਫੀਸ਼ੀਐਂਟ ਜਿਹੜਾ ਨੀਚੇ ਆ ਜਾਏਗਾ। ਸੋ ਕੀ ਆ ਗਿਆ? -1/, इक्वल टू 1/2 dB upon dt. So this is the way how we can present the rate of reaction, कि ਅਸੀਂ rate of reaction ਨੂੰ in term of concentration of reactant ਜਾਂ ਫਿਰ product ਦੀ term ਦੇ ਵਿੱਚ ਕਿੱਦਾਂ ਲਿਖ ਸਕਦੇ ਹਾਂ। ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ ਆਪਾਂ। For example ਮੇਰੇ ਕੋਲ ਹੈ 2A plus 3B gives 2C, let's say, ठीक है। कोई चीज बनी 6C ले लो जिन्ना लेना, ठीक है। हुण मैं लिखना है कि आएगा -1/2 रेट इहदा लिख रहे हैं आप DA अपॉन DT 1/3 DB अपॉन DT is equals to 1/6 DC अपॉन DT। नाउ ये भी रिएक्टेंट के सामने माइनस आएगी, ये भी रिएक्टेंट के सामने क्या आएगा? माइनस। इन्ना ध्यान रखना जेडे रिएक्टेंट होणगे उन्हां सामने तुसीं की लोगे? माइनस। क्यों? क्योंकि रिएक्टेंट की कॉन्सेंट्रेशन डिक्रीज कर रही है। डिक्रीज मतलब नेगेटिव साइन, नेगेटिव साइन इत्थे की इंडिकेट कर रहा कि कॉन्सेंट्रेशन जेडी आ वो घट रही है। क्लियर? सो प्रोडक्ट के केस तुसीं पॉजिटिव रखो। सो यू कैन टेक स्क्रीनशॉट। नैक्सट क्वेश्चन करते हैं पेपर क्वेश्चन। पेपर च किदां दा क्वेश्चन आ सकता? कोई रिएक्शन देती उन्हें सानू 3x gives 2y plus z। सब तो पहला रेट लिख लो। रेट की होएगा -1/3 dx upon dt। ये जड़ियां मैं स्क्वायर ब्रैकेट पानी है, कॉन्सेंट्रेशन का साइन होंदा, इक्वल टू 1/2 dy upon dt इक्वल टू dz upon dt। ਇਹਦੇ ਮਰੇ ਮਾਈਨਸ ਆਇਆ क्योंकि ये रिएक्टेंट सी। फिर उन्हें अगे की किया? रेट ऑफ डिसअपीयरेंस ऑफ x। ये डिसअपीयरेंस ऑफ x जी डिसअपीयर हो रही है वो कितना आया? 0 पॉइंट, यानी -dx अपॉन dt उन्हें सानू दे दिता। यही सी रेट ऑफ डिसअपीयरेंस। दिस इज इक्वल टू 0.072 मोल पर लीटर पर सेकेंड। इट इज गिवन विथ so this is rate of disappearance of x। ठीक है, रेट ऑफ डिसअपीयरेंस, डिसअपीयर हो रही है जो रिएक्टेंट खत्म हो रहा, -dx अपॉन dt की वैल्यू देती। कैलकुलेट की करना आपा? डेल्टा y अपॉन डेल्टा t। मैं तुहानू बोलिया सी तुसी d भी लिख सकते हो, डेल्टा इन्ना कोई फर्क नहीं पैंदा। तुसी डेल्टा लिखना डेल्टा लिख लो, d लिखना d लिख लो। ठीक है, डी मतलब लिटल चेंज, डेल्टा हो गया थोड़ा ज्यादा चेंज, दोनों रिप्रेजेंट चेंज करते। सो ये भी आप डेल्टा लिख लेंगे। फिर सानू वैल्यू पूछी डेल्टा वाई अपॉन डेल्टा डी, गिवन किया, दिस इज गिवन एंड ये फाइंड आउट करना। असी दोनों नू कंपेयर कर लेने। सो इत्थों जे आप कंपेयर करिए कि साडे कोल डेल्टा वाई अपॉन डेल्टा टी दी कितनी वैल्यू आ जाएगी? 2 ऊपर चला जाएगा, -2/3 डेल्टा x अपॉन डेल्टा t। ठीक है, जो इन्होंने दोनों आप इक्वेशंस नु कंपेयर किया, इथों डेल्टा y अपॉन डेल्टा t कितना आ गया? 2 ऊपर चला गया, -2/3 डेल्टा x अपॉन डेल्टा t। सो -2/3 एज इट इज रहेगा, डेल्टा माइनस डेल्टा x अपॉन डेल्टा t की वैल्यू सानू ऑलरेडी गिवन है, दैट इज 0.072।
ਸੋ ਇਹਨੂੰ ਤੁਸੀਂ ਮਲਟੀਪਲਾਈ ਕਰ ਲਿਓ, ਤੁਹਾਡੇ ਕੋਲ ਡੈਲਟਾ y ਅਪੋਨ ਡੈਲਟਾ t ਆ। ਠੀਕ ਹੈ ਜੀ। ਸੋ ਐਦਾਂ ਆਪਾਂ ਕਰਦੇ, ਦੇਖੋ ਕਿੰਨਾ ਈਜ਼ੀ ਆ। ਪੇਪਰ 'ਚ ਇਦਾਂ ਦਾ ਸਮ ਪੁੱਛ ਲੇਗਾ, ਜੇ ਤੁਹਾਡਾ ਬੇਸ ਕਲੀਅਰ ਹੈ, ਤੁਹਾਨੂੰ ਪਤਾ ਹੈ ਕਿ ਰੇਟ ਲਿਖਦੇ ਕਿੱਦਾਂ ਹੈ, ਕਿ ਰਿਐਕਟੈਂਟ ਲਈ ਮਾਈਨਸ ਲਗਾਉਂਦੇ ਆ, ਕੋਐਫੀਸ਼ੀਐਂਟ ਨੀਚੇ ਆਉਂਦਾ ਆ, ਤੇ ਪ੍ਰੋਡਕਟ ਲਈ ਪਲੱਸ ਲਗਾਉਂਦੇ ਆ ਤੇ ਕੋਐਫੀਸ਼ੀਐਂਟ ਨੀਚੇ ਆਉਂਦਾ, ਸਾਰਿਆਂ ਨੂੰ ਇਕੁਅਲ ਰੱਖਦੇ। ਇਹ ਰਿਪਰੈਜ਼ੈਂਟੇਸ਼ਨ ਆ ਜੋ ਮੈਂ ਤੁਹਾਨੂੰ ਆਲਰੇਡੀ ਕਾਫੀ ਐਗਜ਼ਾਮਪਲ ਲੈ ਕੇ ਦੱਸ ਚੁੱਕੀ ਆ। ਇਹਦਾ ਉਹਨੇ ਦਿੱਤਾ ਹੀ ਰੇਟ ਆਫ ਡਿਸਅਪੀਅਰੈਂਸ, ਡਿਸਅਪੀਅਰ ਹੋ ਰਿਹਾ, ਰੇਟ ਦੇਤਾ ਨਾ ਪੂਰਾ, ਡਿਸਅਪੀਅਰ ਕਰਕੇ ਇੱਥੇ ਮਾਈਨਸ ਲੱਗਾ। ਕਲੀਅਰ। ਸੋ ਇਹ ਦਿੱਤਾ ਸੀਗਾ, ਪਤਾ ਮੈਂ ਇਹ ਕਰਨਾ ਸੀ, ਮੈਂ ਚੀਜ਼ ਇੱਧਰ ਲੈ ਗਈ, ਮਲਟੀਪਲਾਈ ਹੋ ਕੇ ਆਂਸਰ ਆ ਜਾਏਗਾ। ਸੌਰੀ, ਇੱਥੇ ਇੱਕ ਧਿਆਨ ਰੱਖਣਾ ਗਲਤੀ ਹੈ ਕਿ ਮਾਈਨਸ ਹਟ ਜਾਏਗੀ। ਕਿਉਂ? ਕਿਉਂਕਿ ਪੂਰੀ ਮਾਈਨਸ ਇੰਨੀ ਚੀਜ਼ ਦੀ ਵੈਲਿਊ ਦਿੱਤੀ ਹੈ 0.072, ਰੇਟ ਆਫ ਡਿਸਅਪੀਅਰੈਂਸ ਦਿੱਤਾ, ਸੋ ਪਲੱਸ ਆਏਗਾ। ਨੈਕਸਟ ਕਰਦੇ ਹਾਂ। ਹੋਰ ਆਪਾਂ ਇਸ ਕੀ ਪਤਾ ਕਰਨਾ ਹੈਗਾ ਆ, ਡੈਲਟਾ z ਅਪੋਨ ਡੈਲਟਾ d। ਉਹ ਵੀ ਤੁਸੀਂ ਇਹਦੇ ਨਾਲ ਕੰਪੇਅਰ ਕਰਕੇ ਕੱਢ ਸਕਦੇ ਹੋ, ਜਿਹਦੇ ਨਾਲ ਮਰਜ਼ੀ ਕੰਪੇਅਰ ਕਰ ਲਓ। ਜਦੋਂ ਤੁਸੀਂ -1/3 ਡੈਲਟਾ x ਅਪੋਨ ਡੈਲਟਾ t ਨੂੰ ਕੰਪੇਅਰ ਕਰੋਗੇ ਡੈਲਟਾ z ਅਪੋਨ ਡੈਲਟਾ t, ਸਿੰਪਲ ਇਕੁਅਲ ਟੂ ਹੈ। ਸੋ -1/3 ਇੱਧਰ ਰਹੇਗਾ, ਤੁਹਾਨੂੰ ਮਾਈਨਸ ਡੈਲਟਾ x ਅਪੋਨ ਡੈਲਟਾ t ਦੀ ਵੈਲਿਊ ਗਿਵਨ ਹੈਗੀ ਹੈ, ਦੈਟ ਇਜ਼ 0.072। ਇਹ ਵੈਲਿਊ ਕਿਹਦੀ ਆ ਜਾਏਗੀ? ਡੈਲਟਾ z ਅਪੋਨ ਡੈਲਟਾ t। ਕਿੰਨਾ ਈਜ਼ੀ ਹੈ ਦੇਖੋ, ਪੇਪਰ 'ਚ ਉਹਨੇ ਸਿੰਪਲ ਡਾਟਾ ਦੇਣਾ, ਸਿੰਪਲ ਰਿਐਕਸ਼ਨ ਦੇ ਦੇਣੀ ਆ, ਤੇ ਬਹੁਤ ਈਜ਼ੀਲੀ ਹੋ ਜਾਣਾ। ਜੇ ਤੁਹਾਨੂੰ ਇਹ ਰਿਪਰੈਜ਼ੈਂਟ ਕਰਨਾ ਆਉਂਦਾ ਚੀਜ਼, ਯੂ ਕੈਨ ਟੇਕ ਸਕਰੀਨਸ਼ਾਟ। ਉਸ ਤੋਂ ਬਾਅਦ ਸਾਡੇ ਕੋਲ ਫੈਕਟਰਸ ਇਫੈਕਟ ਕਰਨ ਵਾਲੇ ਹੈਗੇ, ਬਟ ਮੈਂ ਇੱਕ ਵਾਰੀ ਫੇਰ ਕਨਕਲੂਡ ਕਰ ਦਿੰਨੀ ਆ ਇਸ ਚੀਜ਼ ਨੂੰ ਕਿ ਫੋਰ ਐਗਜ਼ਾਮਪਲ ਸਾਡੇ ਕੋਲ ਕੋਈ ਰਿਐਕਸ਼ਨ ਹੈਗੀ, ਲੈਟਸ ਸੇ a plus 2b gives, ਤੇ ਆਪਣੇ ਕੋਲ ਅਗਲੇ 3c plus 4d, ਜੋ ਤੁਸੀਂ ਲੈਣਾ ਅੱਗੇ ਤੱਕ ਲੈ ਸਕਦੇ ਹੋ, ਕਿੰਨੇ ਕਿੰਨੇ ਮੋਲ ਕਿਸੇ ਚੀਜ਼ ਦੇ। ਠੀਕ ਹੈ, 5a ਲੈ ਲਿਆ ਮੈਂ ਇੱਥੇ, ਠੀਕ ਹੈ, ਕੁਛ ਵੀ ਲੈ ਲਿਆ ਆਪਣੇ ਕੋਲ। ਯਾਨੀ ਕਿ ਰੇਟ ਕਿੱਦਾਂ ਲਿਖਾਂਗੇ ਆਪਾਂ, ਇਹ ਰਿਐਕਟੈਂਟ ਹੈਗੇ, ਰਿਐਕਟੈਂਟ ਡਿਸਅਪੀਅਰ ਹੋ ਰਹੇ ਨੇ, ਦਿਸ ਇਜ਼ ਦਾ ਰੇਟ ਆਫ ਡਿਸਅਪੀਅਰੈਂਸ ਆਫ a। ਠੀਕ ਹੈ, ਡੈਲਟਾ ਲਗਾ ਲਓ ਜਾਂ d ਲੈ ਲਓ। ਹੁਣ 1/5 ਇਹ 5 ਜਿਹੜਾ ਇਹ ਨੀਚੇ ਆ ਜਾਏਗਾ, ਇਕੁਅਲ ਟੂ ਕੀ ਹੋ ਗਿਆ ਵੀ ਰਿਐਕਟੈਂਟ, -1/2 ਡੈਲਟਾ d ਲੈਣਾ, d ਲੈ ਲਓ dv ਅਪੋਨ dt ਇਕੁਅਲ ਟੂ, ਇਹ ਪ੍ਰੋਡਕਟ ਹੈਗੇ ਨੇ, ਪਲੱਸ ਚ ਰਹੇਗਾ। ਠੀਕ ਹੈ, ਇੱਕ ਐਗਜ਼ਾਮਪਲ ਮੈਂ ਹੋਰ ਲੈ ਲਈ ਤਾਂ ਕਿ ਤੁਹਾਨੂੰ ਹੋਰ ਚੰਗੀ ਤਰ੍ਹਾਂ ਕਲੀਅਰ ਹੋ ਜਾਵੇ, ਕਿਉਂਕਿ ਇਹ ਹੈ ਔਖਾ ਨਹੀਂ ਹੈਗਾ ਈਜ਼ੀ ਆ। ਸੋ ਇਹ ਪਤਾ ਹੋਣਾ ਚਾਹੀਦਾ, ਰਿਐਕਟੈਂਟ ਦੇ ਕੇਸ 'ਚ ਅਸੀਂ ਮਾਈਨਸ ਲਾਵਾਂਗੇ, ਪ੍ਰੋਡਕਟ ਦੇ ਕੇਸ 'ਚ ਪਲੱਸ ਲਾਵਾਂਗੇ। ਹੁਣ ਪੇਪਰ 'ਚ ਕੀ ਕਰੇਗਾ, ਤੁਹਾਨੂੰ ਬੋਲ ਦੇਗਾ ਰੇਟ ਆਫ ਡਿਸਅਪੀਅਰੈਂਸ ਇਹਦਾ ਦੇ ਦੇਗਾ ਜਾਂ ਰੇਟ ਆਫ ਫਾਰਮੇਸ਼ਨ ਇਹਦਾ ਦੇਗਾ। ਅਪੀਅਰੈਂਸ ਕਹ ਲਓ ਜਾਂ ਫਿਰ ਫਾਰਮੇਸ਼ਨ ਕਹ ਲਓ, ਡਿਸਅਪੀਅਰ ਖਤਮ ਹੋ ਰਹੀ ਜਿਹੜੀ ਚੀਜ਼ ਡਿਸਅਪੀਅਰ ਹੋ ਰਹੀ ਹੈ। ਰਿਐਕਟੈਂਟ ਹਮੇਸ਼ਾ ਡਿਸਅਪੀਅਰ ਹੋਣਗੇ, ਪ੍ਰੋਡਕਟ ਅਪੀਅਰ ਹੋਣਗੇ। ਕਲੀਅਰ। ਸੋ ਕਿੰਨਾ ਈਜ਼ੀ ਹੈਗਾ। ਹੁਣ ਅਸੀਂ ਦੇਖਦੇ ਨੈਕਸਟ ਫੈਕਟਰ ਕਿਹੜੇ ਕਿਹੜੇ ਨੂੰ ਫੈਕਟਰ ਅੱਛਾ इंपॉर्टेंट है ने सारे फैक्टर। फर्स्ट इज कॉन्सेंट्रेशन, कॉन्सेंट्रेशन ऑफ रिएक्टेंट। देखो जिन्नी कॉन्सेंट्रेशन किसी रिएक्टेंट की ज्यादा होएगी उन्ना रेट ऑफ रिएक्शन ज्यादा होएगा। ठीक है, फॉर एग्जांपल जिदा स्टार्टिंग च बहुत सारा रिएक्टेंट हैगा, उस उन्नी ज्यादा कॉन्सेंट्रेशन होए, जिन्नी कॉन्सेंट्रेशन रिएक्टेंट की ज्यादा होएगी उन्नी स्पीड नाल रिएक्शन होएगी। हौली हौली रिएक्टेंट घटेगा ते जिहड़ी कॉन्सेंट्रेशन होगी घटेगी। एग्जांपल लेने आ, फॉर एग्जांपल तुसी किसी लकड़ी नूं जलना, ठीक है, तुसी ओहदी रिएक्शन कराओगे ऑक्सीजन दे नाल। हुण जे ऑक्सीजन की सप्लाई ज्यादा होएगी तो रेट ऑफ रिएक्शन की होएगा ज्यादा। जे ऑक्सीजन की सप्लाई जिदा जिदा घटेगी उदा की होएगा, रेट ऑफ रिएक्शन की होएगा घट होएगा। क्लियर। सो मतलब कि रिएक्टेंट जिन्ना ज्यादा होएगा, सो कह सकते कॉन्सेंट्रेशन ऑफ रिएक्टेंट इज डायरेक्टली प्रोपोर्शनल टू रेट ऑफ रिएक्शन, यानी कि रेट ऑफ रिएक्शन डायरेक्टली प्रोपोर्शनल टू कॉन्सेंट्रेशन ऑफ रिएक्टेंट। जिन्ना रेट जिन्नी कॉन्सेंट्रेशन रिएक्टेंट की ज्यादा उन्ना रेट ऑफ रिएक्शन की होएगा ज्यादा। पेपर च तुहानू सिंपल क्वेश्चन पूछ सकदा कि एक रिएक्टेंट आ ओ इन्नी सप्लाई ओनू दे रहे हैं आपां ते फिर कितना रेट ऑफ रिएक्शन ज्यादा होएगा या घट सप्लाई ते। जो सप्लाई ज्यादा हैगी, जो रिएक्टेंट ज्यादा आ, जिदा ऑक्सीजन मैं सिर्फ 20% दवां, ठीक है, जे मेरे ऑक्सीजन 20% दी आ तो रिएक्शन इन्नी तेज नहीं होगी। जो मैं 80% दे देवां ऑक्सीजन, फिर रिएक्शन की होएगी, उसका रेट बढ़ जाएगा ना, जल्दी तेजी ना होएगी। ठीक है, इधर का प्रोडक्ट बनना बाद विच। सो फर्स्ट पॉइंट तुहानू क्लियर है। नेक्स्ट इज टेंपरेचर। सेकंड इज टेंपरेचर। नाउ दिस इज वेरी इंपॉर्टेंट।
ਅਗੇਨ ਟੈਂਪਰੇਚਰ ਦੇ ਵਧਣ ਨਾਲ ਰੇਟ ਆਫ ਰਿਐਕਸ਼ਨ ਵਧਦਾ। ਸੋ ਅਸੀਂ ਇਹਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ। ਵੈਦਰ ਦਾ ਰਿਐਕਸ਼ਨ ਇਜ਼ ਐਕਸੋਥਰਮਿਕ ਐਜ਼ ਵੈਲ ਐਂਡੋਥਰਮਿਕ, ਜਿਹੜੀ ਮਰਜ਼ੀ ਰਿਐਕਸ਼ਨ ਹੋਵੇ, ਭਾਵੇਂ ਐਕਸੋ ਹੋਵੇ ਭਾਵੇਂ ਐਂਡੋਥਰਮਿਕ ਰਿਐਕਸ਼ਨ ਹੋਵੇ, ਦੋਨਾਂ ਲਈ ਰੇਟ ਆਫ ਰਿਐਕਸ਼ਨ ਇਨਕਰੀਜ਼ ਕਰੇਗਾ ਜਦੋਂ ਟੈਂਪਰੇਚਰ ਵਧੇਗਾ। ਐਂਡ ਇਹਦੇ ਵਿੱਚ ਇੱਕ ਇੰਟਰਸਟਿੰਗ ਪੁਆਇੰਟ ਨੋਟ ਕਰਨ ਵਾਲਾ ਹੈਗਾ ਕਿ ਜਦੋਂ ਅਸੀਂ 10 ਡਿਗਰੀ ਸੈਲਸੀਅਸ ਟੈਂਪਰੇਚਰ ਰਾਈਜ਼ ਕਰਦੇ ਹਾਂ ਦੈਨ ਰੇਟ ਆਫ ਰਿਐਕਸ਼ਨ ਬਿਕਮ ਡਬਲ। ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ, ਇਹਨੂੰ ਨੋਟ ਕਰ ਲਿਓ। ਇਹ ਆਪਾਂ ਅੱਗੇ ਸਾਡੇ ਕੋਲ ਕੋਲੀਜਨ ਥਿਊਰੀ ਆਏਗੀ, ਉੱਥੇ ਜਾ ਕੇ ਇਹਦੀ ਐਕਸਪਲੇਨੇਸ਼ਨ ਵੀ ਸਮਝਾਂਗੇ ਕਿ ਰੇਟ ਆਫ ਰਿਐਕਸ਼ਨ ਡਬਲ ਕਦੋਂ ਹੋ ਜਾਂਦਾ, ਜਦੋਂ ਉੱਥੇ 10 ਡਿਗਰੀ ਰਾਈਜ਼ ਹੋ ਜਾਂਦਾ ਟੈਂਪਰੇਚਰ ਦੇ ਵਿੱਚ। ਕਲੀਅਰ? ਸੋ पहला पॉइंट ये पड़ेगा कि कॉन्सेंट्रेशन बढ़ेगी, रेट ऑफ रिएक्शन बढ़ेगा, जो टेम्परेचर बढ़ेगा फिर भी रेट ऑफ रिएक्शन बढ़ेगा। नेक्स्ट है नेचर ऑफ रिएक्टेंट एंड प्रोडक्ट। नेचर कितना दा है, ठीक है। सो तीसरा हैगा कि नेचर ऑफ रिएक्टेंट एंड प्रोडक्ट डिपेंड करता किदा दा रिएक्टेंट आ, ठीक है। सो रिएक्टेंट का जो सुभाव है वो भी डिपेंड करता है, ठीक है। कि क्यों क्योंकि देखो रेट ऑफ रिएक्शन की गल करते हैं, कोई रिएक्शन हो रही है, रिएक्शन च मैं तुहानू स्टार्टिंग च बोलिया कि जिहड़े ओल्ड बॉन्ड है ਉਹਦੇ ਵਿੱਚ ब्रेक करनगे, न्यू बॉन्ड फॉर्मेशन होणगे। हुण किहड़ी चीज बनानी आ जे किहड़ी हैगी जिहदे तो बनानी आ, सो डिपेंड करदा ना ਉਹਦੇ ਵਿੱਚ बॉन्ड्स किदां दे आ। जे ज्यादा स्ट्रॉन्ग आ ते रेट ऑफ रिएक्शन घट होएगा, ਜਿਹੜੀ ਚੀਜ਼ ਤੁਸੀਂ ਬਣਾਣੀ ਹੈ ਉਹ ਕਿੰਨੀ ਕੁ ਸਟੇਬਲ ਡਿਪੈਂਡ ਕਰਦਾ। ਜਿੱਦਾਂ ਫॉर ਐਗਜ਼ਾਮਪਲ ਇਹਨੇ 2NO+O2 ਜਾਂ ਫਿਰ ਆਪਾਂ 2CO+O2 ਲੈਂਦੇ ਹਾਂ, ਠੀਕ ਹੈ। ਸਾਡੇ ਕੋਲ ਦੋ ਰਿਐਕਸ਼ਨਾਂ ਹੈਗੀਆਂ ਆ 2NO+O2 ਐਂਡ 2CO+O2। ਇਹਦੇ ਤੋਂ ਬਣਨਾ ਹੈਗਾ 2NO2 यानी नाइट्रोजन डाइऑक्साइड H कार्बन डाइऑक्साइड। बट ये रिएक्शन बहुत फास्ट होंगी है, ये रिएक्शन बहुत स्लो होंगी है। सो डिपेंड करता किहड़ा रिएक्टेंट ते किहड़ा प्रोडक्ट हैगा, उन्हां दे नेचर ते भी सुभाव ते भी डिपेंड करता रेट ऑफ रिएक्शन ज्यादा होएगा या घट। क्लियर? सो ये हैगा सेकंड पॉइंट, थर्ड पॉइंट। एंड व्हाट इज द फोर्थ पॉइंट? सरफेस एरिया। जिन्ना ज्यादा सरफेस एरिया होएगा, मोर द सरफेस एरिया फॉर रिएक्शन मोर इज रेट ऑफ रिएक्शन। ये देख लो, मोर इज रेट ऑफ रिएक्शन, मतलब रिएक्शन उन्नी ज्यादा तेजी ना होएगी। जिदा फॉर एग्जांपल तुसी एक लकड़ी नूं जालना है, ठीक है, एक लकड़ी का टुकड़ा है उन्होंने तुसी जालना, जदे टोटे कर लो, छोटे 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 बरीक बरीक टोटे कर लो, थोड़ा एरिया बढ़ जाएगा बट वो जल्दी जलनगे ना, ठीक है। सोचे कि सरफेस ते रिएक्ट करन नूं मॉलिक्यूल्स नूं ज्यादा जगह मिल जाती है, ज्यादा तो ज्यादा मॉलिक्यूल्स आके उत्थे रिएक्ट कर सकते हैं। क्लियर? सो रेट ऑफ रिएक्शन बढ़ेगा जो सरफेस एरिया भी बढ़ेगा। नेक्स्ट इज प्रेजेंस ऑफ कैटालिस्ट। कैटालिस्ट की हुंदे आ? प्रेजेंस ऑफ कैटालिस्ट। कैटालिस्ट हुंदे की आ? कैटालिस्ट एक ऐदां दी हुंदे सबस्टांस कह सकते आपां ਜਿਹੜੇ ਕੀ ਕਰਦੀ ਆ ਰਿਐਕਸ਼ਨ ਦੀ ਜਾ ਕੇ ਰੇਟ ਬਹੁਤ ਤੇਜ਼ ਕਰ ਦਿੰਦੇ ਆ। ਆਪ ਰਿਐਕਸ਼ਨ 'ਚ ਇਨਵੋਲਵ ਨਹੀਂ ਹੋਣਗੇ, ਬਸ ਉਹਨਾਂ ਨੂੰ ਇੱਕ ਸਰਫੇਸ ਪ੍ਰੋਵਾਈਡ ਕਰਨਗੇ, ਆਪਣੇ ਸਰਫੇਸ ਤੇ ਰਿਐਕਸ਼ਨ ਕਰਵਾ ਕੇ ਆਪ ਨਿਕਲ ਜਾਂਦੇ ਬਾਅਦ। ਸੋ ਕੈਟਾਲਿਸਟ ਇਦਾਂ ਹੁੰਦੇ ਆ ਕਿ ਕੋਈ ਰਿਐਕਸ਼ਨ ਫॉर ਐਗਜ਼ਾਮਪਲ ਸਾਲ ਵਿੱਚ ਹੋਣੀ ਆ, ਸਾਲ ਲੱਗ ਜਾਣਾ ਕਿਸੇ ਰਿਐਕਸ਼ਨ ਨੂੰ, ਇਹ ਉਹਨੂੰ ਵਿਦਿਨ ਦਾ 5 ਮਿੰਟਸ ਵੀ ਕਰਾ ਸਕਦੇ ਆ। ਸੋ ਕੈਟਾਲਿਸਟ ਉਹ ਵਾਲੀ ਚੀਜ਼ ਹੁੰਦੀ ਹੈ ਜਿਹੜੇ ਬਹੁਤ ਤੇਜ਼ੀ ਨਾਲ ਕਿਸੇ ਰਿਐਕਸ਼ਨ ਦਾ ਰੇਟ ਕੀ ਕਰਦੇ ਨੇ, ਬਹੁਤ ਤੇਜ਼ ਕਰ ਦਿੰਦੇ ਆ, ठीक है। जिदा जी फॉर एग्जाम्पल H2 ਤੇ O2 ਨੂੰ ਆਪਸ ਵਿੱਚ ਰਿਐਕਟ ਕਰਾਉਣਾ ਹੋਵੇ, ਨਹੀਂ ਆਪਸ ਵਿੱਚ ਰਿਐਕਟ ਕਰਦੇ, ਬਟ ਜਦੋਂ ਕਿਸੇ ਕੈਟਾਲਿਸਟ ਦੀ ਪ੍ਰੈਜ਼ੈਂਸ ਲਾਈਕ ਨਿਕਲ, ਪਲੈਟੀਨਮ ਇਦਾਂ ਦੇ ਆਪਾਂ ਕੈਟਾਲਿਸਟ ਲੈਂਦੇ ਆ ਜਦੋਂ, ਤੇ ਇਹ ਕੈਟਾਲਿਸਟ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਹੋ ਜਾਂਦਾ ਆ, ਇਹ ਰਿਐਕਸ਼ਨ ਬਹੁਤ ਤੇਜ਼ ਹੋ ਕੇ H2O2 ਸਾਨੂੰ ਦੇ ਦਿੰਦੀ। ਉਦਾਂ ਹਾਈਡਰੋਜਨ ਪੈਰੋਕਸਾਈਡ ਜਿਹੜਾ ਬਣਾਉਣਾ ਈਜ਼ੀ ਨਹੀਂ ਹੈਗਾ, ਠੀਕ ਹੈ। ਸੋ ਕੈਟਾਲਿਸਟ ਕੀ ਕਰਦੇ ਆ? ਇਨਕਰੀਜ਼ ਦਾ ਰੇਟ ਆਫ ਰਿਐਕਸ਼ਨ ਵਿਦਆਊਟ अंडरगो एनी केमिकल चेंज इन द रिएक्शन, मतलब आप नहीं रिएक्शन च इन्वॉल्व होंगे। क्लियर? मतलब आप रिएक्शन दे विच ऐड अप नहीं होंगे, ठीक है। अपने सरफेस ते रिएक्शन करवा के आप बाद निकल जाते हैं, बट इन्हां दा काम की है रेट ऑफ रिएक्शन नू इंक्रीज करना। एंड लास्ट इज एक्सपोजर ऑफ रेडिएशन। हुण इदां की हुंदा, कई रिएक्शनां हुंदियां जिद्दां सनलाइट आ या फिर लाइट आ रही है ना, लेट्स से ਉਹਦੀ ਫ੍ਰੀਕੁਐਂਸੀ ਹੈਗੀ ਨਿਊ ਤੇ ਉਹਦੀ એનર્ਜੀ ਹੈਗੀ ਫੋਟੋਨ ਦੀ h ਨਿਊ,
ਲਾਈਟ ਚ ਫੋਟੋਨ ਹੈਗੇ ਨੇ, ਉਹ ਕੀ ਕਰਦੇ ਆ, ਉਹ એનર્ਜੀ ਆ, ਉਹ ਲਾਈਟ ਵੀ ਤਾਂ ਇੱਕ એનર્ਜੀ ਆ, ਉਹ ਕੀ ਕਰਦੇ ਆ ਜਿੱਦਾਂ ਕੋਈ ਰਿਐਕਟੈਂਟ ਹੈਗਾ ਉਹ ਤੋਂ ਪ੍ਰੋਡਕਟ ਬਣਾਉਣਾ, ਤੁਹਾਨੂੰ ਦੱਸਿਆ ਇਹ ਚ 올ਡ ਜਿਹੜੇ ਬੌਂਡ ਹੈਗੇ ਨੇ ਉਹ ਬ੍ਰੇਕ ਹੋਣੇ ਚਾਹੀਦੇ ਆ, ਫਿਰ ਹੀ ਨਵੇਂ ਬਣਨਗੇ। ਸੋ ਇਹ એનર્ਜੀ ਹੈਲਪ ਕਰਦੀ ਹੈ ਇਹਨਾਂ ਦੇ ਬੌਂਡ ਬ੍ਰੇਕ ਕਰਨ ਦੇ ਵਿੱਚ। ਲਾਈਕ ਤੁਸੀਂ ਹਾਈਡਰੋਜਨ ਤੇ ਕਲੋਰੀਨ ਨੂੰ ਰਿਐਕਟ ਕਰਾਣਾ, ਉਹ ਉਦਾਂ ਨਹੀਂ ਰਿਐਕਟ ਹੁੰਦੇ ਜਦੋਂ ਐਬਸੈਂਸ ਆਫ ਸਨਲਾਈਟ ਦੇ ਐਬਸੈਂਸ ਦੀ ਲਾਈਟ ਦੀ ਐਬਸੈਂਸ ਦੇ ਵਿੱਚ ਉਹ ਨਹੀਂ ਈਜ਼ੀਲੀ ਰਿਐਕਟ ਹੋਏਗੀ, ਉਹਨੇ ਪ੍ਰੈਜ਼ੈਂਸ ਆਫ ਸਨਲਾਈਟ ਦੇ ਵਿੱਚ ਵਧੀਆ ਰਿਐਕਟ ਹੋਣਾ। ਕਿਉਂ? ਕਿਉਂਕਿ ਉਹਦੇ ਵਿੱਚ ਫਿਰ ਪੁਰਾਣੇ ਬੌਂਡ ਬ੍ਰੇਕ ਕਰਦੇ ਆ ਤੇ ਨਿਊ ਬੌਂਡ ਫਾਰਮੇਸ਼ਨ ਹੁੰਦੀ ਹੈ। ਇਹਦੇ ਵਿੱਚ ਸਾਨੂੰ ਕੀ ਚਾਹੀਦੀ ਹੁੰਦੀ ਹੈ, ਸਨਲਾਈਟ ਦੀ ਪ੍ਰੈਜ਼ੈਂਸ ਚਾਹੀਦੀ ਹੁੰਦੀ ਹੈ। ਕਲੀਅਰ? ਸੋ ਕਹਿਣ ਦਾ ਭਾਵ ਐਕਸਪੋਜ਼ਰ ਆਫ ਰੇਡੀਏਸ਼ਨ ਦੇ ਨਾਲ ਵੀ ਇਨਕਰੀਜ਼ ਹੁੰਦਾ ਰੇਟ ਆਫ ਰਿਐਕਸ਼ਨ। ਸੋ ਆਪਾਂ ਸਾਰੇ ਪੁਆਇੰਟ ਦੇਖ ਲਿਆ, ਕਿਉਂਕਿ ਸਿਲੇਬਸ 'ਚ ਸਪੈਸ਼ਲ ਲਿਖਿਆ ਹੋਇਆ ਫੈਕਟਰ ਅਫੈਕਟਿੰਗ ਦਾ ਰੇਟ ਆਫ ਰਿਐਕਸ਼ਨ। ਕਿਸੇ ਚੋਂ ਵੀ ਪੁੱਛ ਸਕਦਾ ਹੋ ਕਿ ਟੈਂਪਰੇਚਰ ਦੇ ਵਧਣ ਨਾਲ ਕੀ ਹੁੰਦਾ, ਸਰਫੇਸ ਏਰੀਆ ਦੇ ਵਧਣ ਨਾਲ ਕੀ ਹੁੰਦਾ, ਕੈਟਾਲਿਸਟ ਪਾਵਾਂਗੇ ਕੀ ਹੁੰਦਾ, ਜਾਂ ਉਹ ਤੁਹਾਨੂੰ ਸਟੇਟਮੈਂਟਸ ਦੇਗਾ ਇਹਦੇ ਨਾਲ ਵੱਧਦਾ ਇਹਦੇ ਨਾਲ ਘਟਦਾ। ਸੋ ਜੇ ਤੁਹਾਨੂੰ ਇਹ ਪੁਆਇੰਟਸ ਕਲੀਅਰ ਹੋਣਗੇ ਕਿ ਕਿਹੜੀ ਚੀਜ਼ ਨਾਲ ਵੱਧਦਾ ਜਾਂ ਘਟਦਾ ਤੇ ਬਹੁਤ ਈਜ਼ੀ ਹੋ ਜਾਏਗਾ। ਠੀਕ ਹੈ? ਸੋ ਕਨਸੈਂਟ੍ਰੇਸ਼ਨ ਦੇ ਵਧਣ ਨਾਲ ਵਧੇਗਾ, ਟੈਂਪਰੇਚਰ ਦੇ ਵਧਣ ਨਾਲ ਵਧੇਗਾ, ਸਰਫੇਸ ਏਰੀਆ ਦੇ ਵਧਣ ਨਾਲ, ਪ੍ਰੈਜ਼ੈਂਸ ਆਫ ਕੈਟਾਲਿਸਟ ਨਾਲ, ਐਕਸਪੋਜ਼ਰ ਆਫ ਰੇਡੀਏਸ਼ਨ ਦੇ ਨਾਲ, ਤੇ ਨੇਚਰ ਆਫ ਰਿਐਕਟੈਂਟ ਪ੍ਰੋਡਕਟ ਦੇ ਡਿਪੈਂਡ ਕਰਦਾ ਨੇਚਰ ਕਿਦਾਂ ਦਾ। ਸੋ ਇਹ ਵਾਲੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ, ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ। ਜੇ ਤੁਹਾਨੂੰ ਵੀਡੀਓ ਪਸੰਦ ਆਏ ਲਾਈਕ ਐਂਡ ਕਮੈਂਟ ਜ਼ਰੂਰ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।